ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸੰਤ ਅਤਰ ਸਿੰਘ ਜੀ ਮਹਾਰਾਜ ਇੱਕ ਦਿਨ ਮਸਤੂਆਣੇ ਮੰਜੀ ਤੇ ਬੈਠੇ ਸੰਗਤ ਪਾਸੋਂ ਕਾਰ ਕਰਵਾ ਰਹੇ ਸਨ ਕਿ ਇੱਕ ਪ੍ਰੇਮੀ ਨੇ, ਜੋ ਕਿ ਦਰਸ਼ਨ ਕਰਨ ਲਈ ਆਇਆ ਸੀ, ਪ੍ਰਸ਼ਨ ਕੀਤਾ ਕਿ ਮਹਾਰਾਜ, ਆਪ ਤਾਂ ਛੁੱਟੇ ਹੋਏ ਆਜ਼ਾਦ ਫਕੀਰ ਸੀ, ਆਪ ਨੇ ਇਹ ਕੀ ਜੰਜਾਲ ਆਪਣੇ ਗਲ ਪਾ ਲਿਆ ਹੈ। ਸੰਤ ਜੀ ਮਹਾਰਾਜ ਨੇ ਬੜੀ ਨਿਮਰਤਾ ਸਹਿਤ ਇੱਕ ਖਾਸ ਰੰਗ ਵਿੱਚ ਜਵਾਬ ਦਿੱਤਾ ਕਿ ਭਾਈ, ਗੁਰੂ ਨਾਨਕ ਦੇ ਘਰ ਦੀ ਇਹ ਚਾਲ ਚੱਲੀ ਆਉਂਦੀ ਹੈ। ਪਰ ਉਪਕਾਰ ਹਿਤ ਜਗਤ ਤੇ ਕੋਈ ਨਾ ਕੋਈ ਕਾਰਜ ਕਰਨਾ ਦਸਾਂ ਪਾਤਸ਼ਾਹੀਆਂ ਦੀਆਂ ਸਾਖੀਆਂ ਸੁਣ ਕੇ ਸਾਨੂੰ ਵੀ ਚਾਅ ਉਪਜਿਆ ਕਿ ਅਸੀਂ ਵੀ ਸਤਿਗੁਰੂ ਦੇ ਪਾਏ ਹੋਏ ਪੂਰਨਿਆਂ ਤੇ ਚੱਲਣ ਦਾ ਯਤਨ ਕਰੀਏ। ਪਰ ਅਸੀਂ ਕੀ ਕਰਨ ਜੋਗੇ ਹਾਂ? ਸਤਿਗੁਰੂ ਤਾਂ ਇਹ ਕਾਰਜ ਅੱਗੇ ਹੀ ਬਣਿਆ ਹੋਇਆ ਸੀ। ਸਤਿਗੁਰੂ ਦਾ ਤਾਂ ਇਹ ਕਾਰਜ ਅੱਗੇ ਹੀ ਬਣਿਆ ਹੋਇਆ ਸੀ। ਅਸਾਂ ਤਾਂ ਸੇਵਾ ਕਰਕੇ ਆਪਣਾ ਤਨ ਮਨ ਸਫਲ ਕਰਨਾ ਹੈ ਅਤੇ ਸਤਿਗੁਰੂ ਦੇ ਪਿਆਰੇ ਸਿੱਖਾਂ ਦਾ ਤਨ ਮਨ ਅਤੇ ਧਨ ਗੁਰੂ ਚਰਨਾਂ ਵਿੱਚ ਅਰਪਣ ਕਰਾ ਕੇ ਸਤਿਗੁਰੂ ਦੀ ਖੁਸ਼ੀ ਲੈਣ ਦੇ ਰਸਤੇ ਪਾਉਣਾ ਹੈ। ਇਹ ਜਵਾਬ ਸੁਣ ਕੇ ਪ੍ਰੇਮੀ ਚੁੱਪ ਹੋ ਗਿਆ। ਪਰ ਸੰਤ ਜੀ ਮਹਾਰਾਜ ਦੇ ਮਨ ਵਿੱਚ ਠੋਕਰ ਵੱਜੀ ਕਿ ਸਰੀਰ ਦਾ ਕੋਈ ਭਰੋਸਾ ਨਹੀਂ, ਜਿੰਨੀ ਛੇਤੀ ਹੋ ਸਕੇ ਇਹ ਸੇਵਾ ਪੂਰੀ ਹੋ ਜਾਵੇ। ਮਾਲਵੇ ਦੇਸ਼ ਵਿੱਚ ਤਾਂ ਲੋਕ ਅੱਗੇ ਹੀ ਗਰੀਬ ਹਨ, ਉੱਤੋਂ ਕਾਲ ਪੈ ਗਿਆ ਹੈ। ਹੁਣ ਬਾਹਰ ਦੌਰਾ ਕਰਕੇ ਅਸਥਾਨ ਹਿੱਤ ਸੇਵਾ ਭੇਜੀਏ ਅਤੇ ਸਤਿਗੁਰ ਦਾ ਕਾਰਜ ਛੇਤੀ ਸਿਰੇ ਚੜਾਈਏ। ਸ਼ਾਮ ਦੇ ਵਕਤ ਸੇਵਾ ਬੰਦ ਹੋਈ। ਕੀਰਤਨੀ ਜਥੇ ਨੇ 5 ਸ਼ਬਦ ਪੜ੍ਹ ਕੇ ਸੋਦਰ ਦਾ ਪਾਠ ਕੀਤਾ ਅਤੇ ਅਰਦਾਸੇ ਦੇ ਮਗਰੋਂ ਲੰਗਰ ਵਰਤਾਇਆ। ਸਭ ਨੇ ਪੰਗਤ ਵਿੱਚ ਬੈਠ ਕੇ ਪ੍ਰਸ਼ਾਦ ਛਕਿਆ। ਲੰਗਰ ਤੋਂ ਉੱਠ ਕੇ ਸੰਤ ਜੀ ਮਹਾਰਾਜ ਆਪਣੇ ਆਸਣ ਤੇ ਆਏ ਤੇ ਸੰਤ ਭਾਈ ਬਿਸ਼ਨ ਸਿੰਘ ਜੀ ਅਤੇ ਸੰਤ ਭਾਈ ਗੁਲਾਬ ਸਿੰਘ ਜੀ ਨੂੰ ਆਪਣੇ ਪਾਸ ਬੁਲਾ ਕੇ ਆਖਿਆ, ਭਾਈ, ਹੁਣ ਗੁਰਦੁਆਰਾ ਸਾਹਿਬ ਦਾ ਕੰਮ ਤਕੜਾ ਟੁਰ ਪਿਆ ਹੈ। ਮਾਲਵੇ ਦੀਆਂ ਸੰਗਤਾਂ ਸੇਵਾ ਦਾ ਸਾਰਾ ਭਾਰ ਚੁੱਕ ਨਹੀਂ ਸਕਦੀਆਂ। ਉਹਨਾਂ ਦੀ ਲੰਗਰ ਅਤੇ ਸਰੀਰ ਦੀ ਸੇਵਾ ਹੀ ਇਸ ਕਾਲ ਦੇ ਸਮੇਂ ਵਿੱਚ ਬਹੁਤ ਹੈ। ਅਸੀਂ ਹੁਣ ਬਾਹਰ ਜਾ ਕੇ ਇਸ ਕਾਰ ਸੇਵਾ ਵਿੱਚ ਸੰਗਤਾਂ ਦਾ ਹਿੱਸਾ ਪਵਾਵਾਂਗੇ। ਤੁਸੀਂ ਤਕੜੇ ਹੋ ਕੇ ਇਸ ਜਗ੍ਹਾ ਦੇ ਕੰਮ ਨੂੰ ਟੋਰੀ ਰੱਖਣਾ। ਦੋਹਾਂ ਸੇਵਕਾਂ ਨੇ ਸੀਸ ਚਰਨਾਂ ਤੇ ਰੱਖੇ ਅਤੇ ਆਖਿਆ, ਜਿਸ ਤਰ੍ਹਾਂ ਹਜ਼ੂਰ ਦੀ ਰਜਾਈ। ਦੂਜੇ ਦਿਨ ਹੀ ਅੰਮ੍ਰਿਤ ਵੇਲੇ ਸੰਤ ਜੀ ਮਹਾਰਾਜ ਕੀਰਤਨੀ ਜਥੇ ਸਮੇਤ ਸੰਗਰੂਰ ਸਟੇਸ਼ਨ ਤੇ ਅੱਪੜੇ ਅਤੇ ਪਿਸ਼ਾਵਰ ਦਾ ਟਿਕਟ ਲੈ ਲਿਆ। ਅੰਮ੍ਰਿਤਸਰ ਸਾਹਿਬ ਇੱਕ ਰਾਤ ਠਹਿਰ ਕੇ ਸਿੱਧੇ ਪਿਸ਼ਾਵਰ ਅੱਪੜੇ ਅਤੇ ਭਾਈ ਜੋਗਾ ਸਿੰਘ ਜੀ ਦੇ ਗੁਰਦੁਆਰੇ ਵਿੱਚ ਡੇਰਾ ਲਾਇਆ। ਸੰਤ ਜੀ ਮਹਾਰਾਜ ਦੇ ਅੱਪੜਨ ਦੀ ਖਬਰ ਸਾਰੇ ਸ਼ਹਿਰ ਵਿੱਚ ਬਿਜਲੀ ਦੀ ਨਿਆਈ ਫੈਲ ਗਈ। ਸੰਗਤ ਹੁਮ ਹੁਮਾ ਕੇ ਦਰਸ਼ਨ ਕਰਨ ਲਈ ਆਈ। ਨਿੱਤ 2 ਵੇਲੇ ਦੀਵਾਨ ਸੱਜਣ ਲੱਗ ਪਏ ਅਤੇ ਨਾਮ ਬਾਣੀ ਦਾ ਪ੍ਰਵਾਹ ਚੱਲਿਆ। ਕਈ ਭੁੱਲੇ ਹੋਏ ਜੀਵ ਸਤਿਗੁਰੂ ਜੀ ਦੀ ਸ਼ਰਨ ਆਏ ਅਤੇ ਸੈਂਕੜੇ ਮਾਈ ਭਾਈ ਨੇ ਅੰਮ੍ਰਿਤ ਛਕਿਆ। ਭਾਈ ਜੋਗਾ ਸਿੰਘ ਜੀ ਅਤੇ ਭਾਈ ਬੀਬਾ ਸਿੰਘ ਜੀ ਦੇ ਗੁਰਦੁਆਰਿਆਂ ਵਿੱਚ ਬੜਾ ਹੀ ਸਤਸੰਗ ਹੋਇਆ। ਗੁਰਸਾਗਰ ਸਾਹਿਬ ਮਸਤੂਆਣੇ ਦੀ ਸੇਵਾ ਲੈਣ ਦਾ ਤਰੀਕਾ ਸੰਤ ਜੀ ਮਹਾਰਾਜ ਦਾ ਬੜਾ ਹੀ ਅਦੁੱਤੀ ਸੀ। ਆਪ ਦੀਵਾਨ ਵਿੱਚ ਆਤਮ ਰੰਗ ਵਿੱਚ ਸ਼ਬਦ ਕੀਰਤਨ ਕਰਦੇ, ਠਾਕੁਰ ਗਾਈਏ ਆਤਮ ਰੰਗ। ਆਤਮ ਰਸ ਦੇ ਹੁਲਾਰੇ ਆਪ ਲੈਂਦੇ ਤੇ ਗੁਰ ਦੀਆਂ ਸੰਗਤਾਂ ਨੂੰ ਇਹ ਅਰਸ਼ੀ ਝੂਟੇ ਦਿੰਦੇ। ਅਫੁਰ ਅਵਸਥਾ ਵਿੱਚ ਐਸਾ ਰੰਗ ਬਣਦਾ ਕਿ ਪੱਥਰ ਦਿਲ ਵੀ ਮੋਮ ਹੋ ਜਾਂਦੇ। ਪਰ ਜਿਹੜੇ ਸੱਜਣ ਖਿੱਚੇ ਹੋਏ ਆਸਨ ਤੇ ਦਰਸ਼ਨ ਕਰਨ ਲਈ ਆਉਂਦੇ, ਉਹਨਾਂ ਵਿੱਚੋਂ ਅਧਿਕਾਰੀ ਦੇਖ ਕੇ ਮਸਤੂਆਣੇ ਦੀ ਸੇਵਾ ਵਿੱਚ ਹਿੱਸਾ ਪਵਾ ਲੈਂਦੇ ਅਤੇ ਪ੍ਰੇਮੀ ਧਨ ਭਾਗ ਸਮਝ ਕੇ ਆਪਣੀ ਮਾਇਆ ਸਫਲੀ ਕਰਦੇ ਅਤੇ ਆਪਣੇ ਹੋਰ ਸੱਜਣਾ ਪਾਸੋਂ ਵੀ ਕਰਵਾਉਂਦੇ। ਦੀਵਾਨ ਲਗਾ ਕੇ ਅਪੀਲ ਕਰਨ ਨੂੰ ਸੰਤ ਜੀ ਮਹਾਰਾਜ ਮਾਇਆ ਦੇ ਮੋਹ ਦੀ ਗੁਲਾਮੀ ਅਤੇ ਸਤਿਗੁਰੂ ਦੇ ਸ਼ਬਦ ਦੀ ਹੇਠੀ ਸਮਝਦੇ। ਸੱਚ ਹੈ, ਕੋਈ ਸੂਰਮਾ ਹੀ ਇਹ ਬਿਰਤੀ ਧਾਰਨ ਕਰਕੇ ਨਿਭਾ ਸਕਦਾ ਹੈ। ਪਿਸ਼ਾਵਰ ਸ਼ਹਿਰ ਦੇ ਤੇ ਛਾਉਣੀ ਵਿਖੇ ਇਸ ਰੰਗ ਵਿੱਚ ਬੜਾ ਸੋਹਣਾ ਸਮਾਂ ਬਣਿਆ ਰਿਹਾ। ਪਰ ਕੁਝ ਚਿਰ ਮਗਰੋਂ ਕੋਹਾਟ ਦੀ ਸੰਗਤ ਨੂੰ ਸੰਤ ਜੀ ਮਹਾਰਾਜ ਦੇ ਪਿਸ਼ਾਵਰ ਆਉਣ ਦਾ ਪਤਾ ਲੱਗ ਗਿਆ। ਖਬਰ ਸੁਣਦੇ ਹੀ ਸੇਠ ਰਤਨ ਸਿੰਘ ਜੀ ਅਤੇ ਹੋਰ ਕਈ ਸੱਜਣ ਆ ਗਏ ਤੇ ਕੋਹਾਟ ਦਰਸ਼ਨ ਦੇਣ ਲਈ ਬੇਨਤੀ ਕੀਤੀ। ਸੰਤ ਜੀ ਮਹਾਰਾਜ ਨੇ ਫਰਮਾਇਆ, ਭਾਈ, ਅਜੇ ਕੁਝ ਚਿਰ ਪਿਸ਼ਾਵਰ ਦੀ ਸੰਗਤ ਦਾ ਪ੍ਰੇਮ ਲੈਣਾ ਹੈ, ਫਿਰ ਤੁਹਾਡੇ ਨਾਲ ਚੱਲਾਂਗੇ। ਵਕਤ ਪਾ ਕੇ ਸੰਤ ਜੀ ਮਹਾਰਾਜ ਸੇਠ ਰਤਨ ਸਿੰਘ ਨਾਲ ਕੋਹਾਟ ਜਾਣ ਲਈ ਤਿਆਰ ਹੋ ਗਏ। ਪਿਸ਼ਾਵਰ ਦੀ ਸੰਗਤ ਨੇ ਬਹੁਤ ਬੇਨਤੀ ਕੀਤੀ, ਪਰ ਸੰਤ ਜੀ ਮਹਾਰਾਜ ਨੇ ਆਖਿਆ, ਭਾਈ, ਹੁਣ ਠਹਿਰਨ ਦਾ ਹੁਕਮ ਨਹੀਂ ਹੈ। ਭਰਿਆ ਮੇਲਾ ਹੀ ਛੱਡਣਾ ਚੰਗਾ ਹੁੰਦਾ ਹੈ। ਫਿਰ ਜਦ ਕਰਤਾਰ ਦਾ ਹੁਕਮ ਹੋਇਆ, ਦਰਸ਼ਨ ਮੇਲਾ ਹੋ ਜਾਵੇਗਾ। ਪਿਸ਼ਾਵਰ ਤੋਂ ਸੰਤ ਜੀ ਜਥੇ ਸਮੇਤ ਟਾਂਗਿਆਂ ਤੇ ਅਸਵਾਰ ਹੋ ਕੋਹਾਟ ਵੱਲ ਤੁਰ ਪਏ। ਪਿਸ਼ਾਵਰ ਤੋਂ ਕੁਝ ਮੀਲ ਜਾ ਕੇ ਸੜਕ ਆਕੀ ਇਲਾਕੇ ਵਿੱਚੋਂ ਲੰਘਦੀ ਹੈ। ਇਹ ਮੁਲਕ ਖੁਸ਼ਕ ਅਤੇ ਪਹਾੜੀ ਹੈ। ਪਿੰਡਾਂ ਵਾਲੇ ਬੜੀ ਦੂਰ ਦੂਰ ਤੋਂ ਪਾਣੀ ਲਿਆਉਂਦੇ ਹਨ। ਕਰਤਾਰ ਦੀ ਨੇਤ ਜਿਸ ਸਾਲ ਸੰਤ ਜੀ ਮਹਾਰਾਜ ਇਸ ਇਲਾਕੇ ਵਿੱਚੋਂ ਜਾ ਰਹੇ ਸਨ, ਬਰਸਾਤ ਦੀ ਬੜੀ ਡਾਢੀ ਤੋਟ ਸੀ। ਜਲ ਦੇ ਤਰਾਸ ਨਾਲ ਜੀਅ ਜੰਤੂ ਪਸ਼ੂ ਪੰਖੀ ਬੜੇ ਦੁਖੀ ਸਨ। ਸ਼ਾਮ ਦਾ ਵਕਤ ਸੀ। ਸੰਤ ਜੀ ਮਹਾਰਾਜ ਟਾਂਗੇ ਤੇ ਚੜੇ ਹੋਏ ਆਕੀ ਦੇਸ਼ ਦੇ
ਇੱਕ ਪਿੰਡ ਪਾਸੋਂ ਲੰਘ ਰਹੇ ਸਨ ਕਿ ਸਾਹਮਣੇ ਤੋਂ 4-5 ਪਠਾਨ ਤੁਰੇ ਆਉਂਦੇ ਨਜ਼ਰ ਆਏ। ਸੰਤ ਜੀ ਮਹਾਰਾਜ ਦਾ ਨੂਰਾਨੀ ਚਿਹਰਾ ਦੇਖ ਕੇ ਉਹ ਮੋਹੇ ਗਏ। ਜਦ ਟਾਂਗਾ ਉਹਨਾਂ ਦੇ ਪਾਸੋਂ ਲੰਘਿਆ, ਉਹਨਾਂ ਘੋੜੇ ਦੀਆਂ ਰਾਸਾਂ ਫੜ ਲਈਆਂ ਤੇ ਬੜੇ ਨਿਮਾਣੇ ਹੋ ਕੇ ਬੇਨਤੀ ਕੀਤੀ, ਵਾਸਤੇ ਖੁਦਾ ਦੇ ਮੀਂਹ ਬਖਸ਼ੋ। ਸੰਤ ਜੀ ਮਹਾਰਾਜ ਨੇ ਹੱਸ ਕੇ ਆਖਿਆ, ਮੀਂਹ ਤਾਂ ਰੱਬ ਦੇ ਵੱਸ ਹੈ, ਅਸੀਂ ਤਾਂ ਉਸਦੇ ਬੰਦੇ ਹਾਂ। ਪਠਾਨਾਂ ਨੇ ਬੜੇ ਅਦਬ ਅਤੇ ਪ੍ਰੇਮ ਨਾਲ ਆਖਿਆ, ਤੂੰ ਖੁਦ ਰੱਬ ਦਾ ਨੂਰ ਹੈ, ਤੇਰੇ ਅਤੇ ਰੱਬ ਵਿੱਚ ਕੋਈ ਭੇਦ ਨਹੀਂ। ਹੁਣ ਆਪ ਆ ਕੇ ਸਾਨੂੰ ਨਾ ਤਰਸਾਓ, ਮਿਹਰ ਕਰੋ, ਅਸੀਂ ਬੜੇ ਦੁਖੀ ਹਾਂ। ਇਹਨਾਂ ਦੀ ਦਰਦ ਭਰੀ ਪੁਕਾਰ ਸੁਣ ਕੇ ਸੰਤ ਜੀ ਮਹਾਰਾਜ ਟਾਂਗੇ ਤੋਂ ਉੱਤਰ ਖਲੋਤੇ। ਰਾਤ ਲਈ ਆਸਨ ਇਹਨਾਂ ਪਠਾਨਾਂ ਦੇ ਨਗਰ ਕੀਤਾ। ਡੇਰਾ ਕਰਾ ਕੇ 2 ਪਠਾਨ ਪਿੰਡ ਦੇ ਖੱਤਰੀ ਪਾਸੋਂ ਸੰਤ ਜੀ ਮਹਾਰਾਜ ਦੇ ਲੰਗਰ ਦੀ ਤਿਆਰੀ ਕਰਾਉਣ ਲਈ ਚਲੇ ਗਏ ਅਤੇ ਸੰਤ ਜੀ ਮਹਾਰਾਜ ਨੇ ਜਥੇ ਸਮੇਤ ਸ਼ਬਦ ਕੀਰਤਨ ਆਰੰਭ ਕਰ ਦਿੱਤਾ। ਬਹੁਤ ਸਾਰੇ ਆਕੀ ਅਤੇ ਉਹਨਾਂ ਦੇ ਬਾਲ ਬੱਚੇ ਇਕੱਠੇ ਹੋ ਗਏ। ਕੀਰਤਨ ਦਾ ਇੱਕ ਖਾਸ ਇਲਾਹੀ ਰੰਗ ਬਣਿਆ ਅਤੇ ਅਸਮਾਨ ਉੱਪਰ ਬੱਦਲ ਨਜ਼ਰ ਆਉਣ ਲੱਗ ਪਏ। ਹੁਣ ਸੋਦਰ ਦਾ ਸਮਾਂ ਆ ਗਿਆ। ਰਾਗੀ ਸਿੰਘ ਨੇ ਸੋਦਰ ਦੀ ਪੌੜੀ ਗਾਈ। ਫਿਰ ਬੜੇ ਪ੍ਰੇਮ ਨਾਲ ਰਹਿਰਾਸ ਸਾਹਿਬ ਦਾ ਪਾਠ ਹੋਇਆ। ਰਹਿਰਾਸ ਸਾਹਿਬ ਦਾ ਅਰਦਾਸਾ ਹੋਣ ਦੀ ਹੀ ਦੇਰ ਸੀ ਕਿ ਉੱਧਰੋਂ ਬਾਰਿਸ਼ ਟੁੱਟ ਕੇ ਸ਼ੁਰੂ ਹੋ ਗਈ। 2 ਘੰਟੇ ਉਹ ਮੁਸਲਾਧਾਰ ਵਰਖਾ ਹੋਈ ਕਿ ਸਾਰੇ ਜਲ ਹੀ ਜਲ ਨਜ਼ਰ ਆਉਣ ਲੱਗ ਪਿਆ। ਬਾਰਿਸ਼ ਲੱਗਦਿਆਂ ਹੀ ਸਾਰੇ ਪਠਾਨ ਸੰਤ ਜੀ ਮਹਾਰਾਜ ਦੇ ਚਰਨੀ ਲੱਗੇ ਅਤੇ ਇੱਕ ਜ਼ਬਾਨ ਹੋ ਕੇ ਕਹਿਣ ਲੱਗੇ, ਤੂੰ ਸਾਈਂ ਦਾ ਫਕੀਰ, ਤੂੰ ਸਾਈਂ ਦਾ ਕਾਮਲ ਫਕੀਰ ਹੈ ਤੇ ਤੇਰੇ ਤੇ ਰੱਬ ਵਿੱਚ ਕੋਈ ਫਰਕ ਨਹੀਂ। ਤੇਰੇ ਪਾਕ ਦੀਦਾਰ ਨੇ ਸਾਨੂੰ ਤਾਰ ਦਿੱਤਾ ਹੈ। ਹੁਣ ਲੰਗਰ ਤਿਆਰ ਹੋ ਗਿਆ। ਸਾਰੀ ਸੰਗਤ ਨੇ ਪੰਗਤ ਲਾਈ ਅਤੇ ਬੜੇ ਪ੍ਰੇਮ ਨਾਲ ਪ੍ਰਸ਼ਾਦਾ ਛਕਿਆ। ਫਿਰ ਆਪਣੇ ਆਸਨ 'ਤੇ ਆ ਕੇ ਰਾਤ ਲਈ ਬਿਰਾਜ ਗਏ। ਅੰਮ੍ਰਿਤ ਵੇਲੇ ਆਸਾ ਜੀ ਦੀ ਵਾਰ ਦਾ ਦੀਵਾਨ ਇਸੇ ਪਿੰਡ ਹੀ ਸਜਿਆ। ਸੂਰਜ ਚੜ੍ਹਨ ਤੋਂ ਪਹਿਲਾਂ ਹੀ ਸੰਤ ਜੀ ਮਹਾਰਾਜ ਨੇ ਭੋਗ ਪਾ ਦਿੱਤਾ ਅਤੇ ਜਲ ਪਾਣੀ ਛਕ ਕੇ ਟਾਂਗਿਆਂ 'ਤੇ ਸਵਾਰ ਹੋ ਕੇ ਕੋਹਾਟ ਵੱਲ ਤੁਰ ਪਏ। ਸ਼ਾਮ ਦੇ ਵਕਤ ਕੋਹਾਟ ਅੱਪੜੇ ਅਤੇ ਬੰਗਲਾ ਨੰਬਰ 2 ਵਿੱਚ ਡੇਰਾ ਕੀਤਾ। ਸੰਤ ਜੀ ਮਹਾਰਾਜ ਦੇ ਆਉਣ ਦੀ ਖਬਰ ਸਾਰੇ ਸ਼ਹਿਰ ਵਿੱਚ ਫੈਲ ਗਈ ਅਤੇ ਪ੍ਰੇਮੀ ਹੁਮ-ਹੁਮਾ ਕੇ ਦਰਸ਼ਨਾਂ ਨੂੰ ਆਏ। ਹੁਣ 2 ਵਕਤ ਦੀਵਾਨ ਸ਼ੁਰੂ ਹੋਇਆ। ਸਵੇਰ ਦਾ ਦੀਵਾਨ ਪੰਚਾਇਤੀ ਗੁਰਦੁਆਰੇ ਸਜਦਾ ਤੇ ਸ਼ਾਮ ਦਾ ਛੱਜੂ ਦੇ ਕੋਠੇ 'ਤੇ। ਇਸ ਤਰ੍ਹਾਂ 1.25 ਮਹੀਨਾ ਨਾਮ ਬਾਣੀ ਦਾ ਅਟੁੱਟ ਪ੍ਰਵਾਹ ਚੱਲਿਆ ਤੇ ਸੈਂਕੜੇ ਮਾਈ ਭਾਈ ਨੇ ਅੰਮ੍ਰਿਤ ਛਕਿਆ। ਦਿਨ ਦੇ ਵਕਤ ਸੰਤ ਜੀ ਮਹਾਰਾਜ ਤੋਈ ਨਦੀ ਦੇ ਕਿਨਾਰੇ ਇੱਕ ਗੁਫਾ ਵਿੱਚ ਰਹਿੰਦੇ। ਲੰਗਰ ਬੰਗਲੇ ਵਿੱਚ ਤਿਆਰ ਹੁੰਦਾ ਤੇ ਪ੍ਰੇਮੀ ਗੁਫਾ ਵਿੱਚ ਲੈ ਜਾਂਦੇ। ਹੁਣ ਬਸੰਤ ਰੁੱਤ ਆ ਗਈ ਅਤੇ ਤੋਈ ਦੇ ਭਾਗ ਜਾਗੇ। ਸੰਤ ਜੀ ਮਹਾਰਾਜ ਨੇ ਹੁਕਮ ਕੀਤਾ ਕਿ ਬਸੰਤ ਪੰਚਮੀ ਦਾ ਮੇਲਾ ਨਦੀ ਦੇ ਕਿਨਾਰੇ 'ਤੇ ਹੋਵੇ। ਖੁੱਲ੍ਹੇ ਰੇਤਲੇ ਮੈਦਾਨ ਵਿੱਚ ਦੀਵਾਨ ਸਜਿਆ ਤੇ ਸ਼ਹਿਰ ਦੇ ਸਾਰੇ ਸਿੱਖ ਤੇ ਸਹਿਜਧਾਰੀ ਮਾਈ ਭਾਈ ਦਰਸ਼ਨ ਲਈ ਆਏ। ਸਾਰਾ ਦਿਨ ਖੂਬ ਰੌਣਕ ਰਹੀ। ਅਟੁੱਟ ਲੰਗਰ ਵਰਤਿਆ ਅਤੇ ਨਾਮ ਬਾਣੀ ਦੀ ਛਾਬਰ ਲੱਗੀ ਰਹੀ। ਦਿਨ ਡੁੱਬਣ ਤੋਂ 2 ਘੰਟੇ ਪਹਿਲਾਂ ਹੀ ਸੰਤ ਜੀ ਮਹਾਰਾਜ ਨੇ ਭੋਗ ਪਾ ਦਿੱਤਾ ਅਤੇ ਕੜਾਹ ਪ੍ਰਸ਼ਾਦ ਲੈ ਕੇ ਮਾਈ ਭਾਈ ਆਪਣੇ ਆਪਣੇ ਘਰਾਂ ਨੂੰ ਮੁੜ ਪਏ ਅਤੇ ਸੰਤ ਜੀ ਮਹਾਰਾਜ ਆਪਣੇ ਬੰਗਲੇ ਵਿੱਚ ਆ ਗਏ। ਇਹ ਮੇਲਾ ਹੁਣ ਤੀਕਰ ਬਸੰਤ ਪੰਚਮੀ ਵਾਲੇ ਦਿਨ ਉਸ ਮੈਦਾਨ ਵਿੱਚ ਲੱਗਦਾ ਹੈ ਤੇ ਸੰਤ ਜੀ ਮਹਾਰਾਜ ਦੀ ਤੋਈ ਨਦੀ ਵਿੱਚ ਸਦਾ ਲਈ ਯਾਦਗਾਰ ਹੈ। ਕੋਹਾਟ ਦੇ ਇਸ ਦੌਰੇ ਵਿੱਚ ਭਾਈ ਸੁੱਧ ਸਿੰਘ ਰਾਗੀ ਨੂੰ ਪਹਿਲੀ ਵਾਰੀ ਸੰਤ ਜੀ ਮਹਾਰਾਜ ਦੇ ਦਰਸ਼ਨ ਹੋਏ। ਉਹ ਲਿਖਦੇ ਹਨ, ਸੰਤ ਜੀ ਮਹਾਰਾਜ ਦਾ ਆਪਣਾ ਪ੍ਰੋਗਰਾਮ ਰਾਤ ਨੂੰ 1 ਵਜੇ ਉੱਠਣ ਦਾ ਸੀ। ਉਹਨਾਂ ਦੀ ਆਤਮਿਕ ਗਤੀ ਦਾ ਭੇਦ ਕਥਨ ਤੋਂ ਬਾਹਰ ਹੈ, ਪਰ ਉਹਨਾਂ ਦੇ ਰਸ ਭਿੰਨੇ ਨੈਣਾਂ ਵਿੱਚੋਂ ਆਤਮ ਰਸ ਦੀ ਫੁਹਾਰ ਹਰ ਸਮੇਂ ਬਰਸਦੀ ਰਹਿੰਦੀ ਸੀ। ਮਧੁਰ ਬਚਨਾਂ ਵਿੱਚ ਕੋਈ ਐਸਾ ਸਵਾਦ ਸੀ ਕਿ ਚਿੱਤ ਮੋਹਿਆ ਜਾਂਦਾ ਸੀ ਅਤੇ ਮਨ ਪਿੰਗਲ ਹੋ ਕੇ ਚਰਨ ਕਮਲਾਂ ਵਿੱਚ ਜੁੜ ਜਾਂਦਾ ਸੀ। ਬੇਅੰਤ ਸੰਗਤਾਂ ਅਤੇ ਸਤ ਸੰਗੀਆਂ ਨੇ ਇਹ ਰਸ ਮਾਣਿਆ। ਕੋਹਾਟ ਤੋਂ ਸੰਤ ਜੀ ਮਹਾਰਾਜ ਸਮਾਣੇ ਗਏ। ਇੱਥੇ ਪਲਟਨ ਨੰਬਰ 15 ਦੇ ਸਿੱਖ ਸੂਬੇਦਾਰ ਸਰਦਾਰ ਗੁਰਦਿੱਤ ਸਿੰਘ ਪਾਸ 8 ਦਿਨ ਰਹੇ। ਸਮਾਣੇ ਤੋਂ ਟੱਲ ਨੂੰ ਗਏ। ਫਿਰ ਨਰਿਆਬ ਸਰਦਾਰ ਕਿਸ਼ਨ ਸਿੰਘ ਪਾਸ ਰਹੇ। ਇਸ ਜਗ੍ਹਾ ਤੋਂ ਬੰਨੂ ਦੀ ਸੰਗਤ ਸੰਤ ਜੀ ਮਹਾਰਾਜ ਨੂੰ ਆਪਣੇ ਨਾਲ ਲੈ ਗਈ। ਸੇਠ ਦਿਆਲ ਸਿੰਘ, ਸੇਠ ਸਾਧੂ ਸਿੰਘ ਅਤੇ ਭਾਈ ਦਿਆਲ ਸਿੰਘ ਜੀ ਕੋਹਾਟ ਤੋਂ ਨਾਲ ਗਏ। ਬੰਨੂ ਸੰਤ ਜੀ ਮਹਾਰਾਜ 5 ਹਫ਼ਤੇ ਰਹੇ। ਸਵੇਰ ਦਾ ਦੀਵਾਨ ਭਾਈ ਰੂਪ ਜੀ ਦੇ ਗੁਰਦੁਆਰੇ ਵਿੱਚ ਸਜਦਾ ਤੇ ਸ਼ਾਮ ਦਾ ਫੌਜਾਂ ਵਿੱਚ। ਨਾਮ ਬਾਣੀ ਦਾ ਖੂਬ ਚੱਕਰ ਚੱਲਿਆ ਤੇ ਬਹੁਤ ਸਾਰੇ ਪ੍ਰੇਮੀਆਂ ਨੇ ਅੰਮ੍ਰਿਤ ਛਕਿਆ। ਬੰਨੂ ਆਉਣ 'ਤੇ ਇਸ ਸਮੇਂ ਇੱਕ ਖਾਸ ਸਾਖੀ ਡਾਕਟਰ ਕਰਤਾਰ ਸਿੰਘ ਜੀ, ਸਪੁੱਤਰ ਚੌਧਰੀ ਸੁੰਦਰ ਸਿੰਘ ਜੀ, ਕਹੂਟਾ, ਜ਼ਿਲ੍ਹਾ ਰਾਵਲਪਿੰਡੀ ਨਿਵਾਸੀ, ਜੋ ਉਸ ਵੇਲੇ ਨਿਰੰਕਾਰੀ ਮੈਡੀਕਲ ਹਾਲ ਸਦਰ ਬਾਜ਼ਾਰ ਰਾਵਲਪਿੰਡੀ ਦੇ ਮਾਲਕ ਸਨ, ਆਪਣੇ ਹੱਥੀਂ ਲਿਖ ਕੇ ਭੇਜੀ। ਇਸ ਵਕਤ ਦਾਸ ਬੰਨੂ ਜੇਲ੍ਹ ਖਾਨੇ ਅਤੇ ਪੁਲਿਸ ਦੇ ਹਸਪਤਾਲ ਦਾ ਇੰਚਾਰਜ ਸੀ। ਜਦ ਸੰਤ ਜੀ ਬੰਨੂ ਪਹੁੰਚੇ ਤਦ ਸਰਦਾਰ ਸਾਧੂ ਸਿੰਘ ਜੀ ਠੇਕੇਦਾਰ ਇਹਨਾਂ ਦੇ ਨਾਲ ਸਨ। ਦਾਸ ਨੇ ਕਹੂਟੇ ਸੰਤ ਜੀ ਦੇ ਦਰਸ਼ਨ ਕੀਤੇ ਹੋਏ ਸਨ ਅਤੇ ਮਹਾਰਾਜ ਦਾ ਪੁਰਾਣਾ ਸੇਵਕ ਸੀ। ਜਦ ਸੰਤ ਜੀ ਨੂੰ ਪਤਾ ਲੱਗਾ ਤਦ ਦਾਸ ਨੂੰ ਆਪਣੇ ਪਾਸ ਬੁਲਾਇਆ ਅਤੇ ਹੁਕਮ ਕੀਤਾ ਕਿ ਗੁਰਸਾਗਰ ਸਾਹਿਬ ਮਸਤੂਆਣਾ ਦੀ ਸੇਵਾ ਕਰਨੀ ਹੈ।
ਦਾਸ ਨੇ ਸੰਗਤ ਵਿੱਚ ਪ੍ਰੇਰਨਾ ਕੀਤੀ ਅਤੇ ਪ੍ਰੇਮੀਆਂ ਨੇ ਖੁੱਲ੍ਹੇ ਦਿਲ 14,000 ਦਮੜਾ ਅਰਦਾਸ ਕਰਾਇਆ। ਦਾਸ ਨੇ ਪ੍ਰਸ਼ਾਦ ਵਾਸਤੇ ਅਰਜ਼ ਕੀਤੀ ਅਤੇ ਦੱਸਿਆ ਕਿ ਦਾਸ ਨੂੰ ਐਤਵਾਰ ਤੇ ਵੀਰਵਾਰ ਛੁੱਟੀ ਹੁੰਦੀ ਹੈ, ਕਿਰਪਾ ਕਰੇ ਇਹਨਾਂ ਦਿਨਾਂ ਵਿੱਚੋਂ ਇੱਕ ਦਿਨ ਮਿਲੇ। ਸੰਤ ਜੀ ਮਹਾਰਾਜ ਨੇ ਫਰਮਾਇਆ ਕਿ ਐਤਵਾਰ ਸਰਦਾਰ ਹੋਤੂ ਸਿੰਘ ਜੀ ਡਿਪਟੀ ਕਮਿਸ਼ਨਰ ਦੇ ਘਰੋਂ ਪ੍ਰਸ਼ਾਦਾ ਹੈ, ਤੁਹਾਡੇ ਘਰ ਪ੍ਰਸ਼ਾਦੇ ਦੀ ਬਾਬਤ ਫਿਰ ਦੇਖਿਆ ਜਾਵੇਗਾ। ਸੋਮਵਾਰ ਦੂਜੇ ਹੀ ਸ਼ਾਮ ਦੇ 3 ਵਜੇ ਸੰਤ ਜੀ ਮਹਾਰਾਜ ਨੇ ਹੁਕਮ ਭੇਜਿਆ ਕਿ ਰਾਤ ਦਾ ਪ੍ਰਸ਼ਾਦਾ ਡਾਕਟਰ ਕਰਤਾਰ ਸਿੰਘ ਜੀ ਦੇ ਘਰ ਛਕਾਂਗੇ। ਇਹ ਖਬਰ ਸੁਣਦੇ ਹੀ ਦਾਸ ਨੇ ਆਪਣੀ ਧਰਮ ਪਤਨੀ ਲਛਮਣ ਕੌਰ ਨਾਲ ਸਲਾਹ ਕੀਤੀ। ਉਹਨਾਂ ਆਖਿਆ ਕਿ ਜ਼ਰੂਰ ਹੁਣੇ ਹੀ ਇੰਤਜ਼ਾਮ ਕਰੋ। ਸੋ ਦਾਸ ਨੇ 4 ਵਜੇ ਲੰਗਰ ਸ਼ੁਰੂ ਕਰ ਦਿੱਤਾ ਅਤੇ ਸ਼ਾਮ ਦੇ ਵਕਤ 7 ਵਜੇ ਤੱਕ ਮਸਾਂ 2 ਮਣ ਆਟਾ ਪੱਕਿਆ ਅਤੇ ਕੜਾਹ ਪ੍ਰਸ਼ਾਦ ਦਾਲ ਭਾਜੀ ਤਿਆਰ ਹੋ ਗਏ। ਪੌਣੇ 8 ਵਜੇ ਸੰਤ ਜੀ ਮਹਾਰਾਜ ਸੰਗਤ ਸਮੇਤ ਸ਼ਬਦ ਕੀਰਤਨ ਕਰਦੇ ਕਰਦੇ ਪਹੁੰਚ ਗਏ। ਸੰਗਤ ਦੀ ਗਿਣਤੀ 500 ਦੇ ਕਰੀਬ ਸੀ। ਦਾਸ ਬੜਾ ਹੈਰਾਨ ਹੋਇਆ ਕਿ ਸੰਤ ਜੀ ਕੋਲ ਜਾ ਕੇ ਹੌਲੀ ਜਿਹੀ ਬੇਨਤੀ ਕੀਤੀ, ਮਹਾਰਾਜ ਅਜੇ ਪ੍ਰਸ਼ਾਦ ਦਾ ਪੂਰਾ ਸਮਾਨ ਤਿਆਰ ਨਹੀਂ ਹੋਇਆ, ਥੋੜ੍ਹੀ ਦੇਰ ਹੋਰ ਉਡੀਕ ਲਿਆ ਜਾਵੇ। ਸੰਤ ਜੀ ਨੇ ਫਰਮਾਇਆ ਕਿ ਅਸੀਂ ਆਪ ਚੱਲ ਕੇ ਦੇਖਾਂਗੇ। ਸੰਤ ਰਸੋਈ ਵਿੱਚ ਆਏ ਅਤੇ ਸਤਿਨਾਮ ਵਾਹਿਗੁਰੂ ਦਾ ਜਾਪ ਕਰਕੇ ਇੱਕ ਬਾਲਟੀ ਕੜਾਹ ਪ੍ਰਸ਼ਾਦ, ਦਾਲ ਅਤੇ ਪ੍ਰਸ਼ਾਦਿਆਂ ਤੇ ਪੁੱਠੀ ਟਿਕਾ ਦਿੱਤੀ। ਫਿਰ ਹੁਕਮ ਦਿੱਤਾ ਕਿ ਲੰਗਰ ਵਰਤਾਣਾ ਸ਼ੁਰੂ ਕਰ ਦੇਵੋ। ਹੁਕਮ ਮੰਨ ਕੇ ਲੰਗਰ ਵਰਤਾਣਾ ਸ਼ੁਰੂ ਹੋ ਗਿਆ। ਇੱਕ ਰਾਤ ਤੇ ਇੱਕ ਦਿਨ ਵਰਤਦਾ ਰਿਹਾ। 500 ਸੰਗਤ ਸਾਰੇ ਜੇਲ੍ਹ ਖਾਨੇ ਦੇ ਅੱਧੇ ਬੰਨੂ ਸ਼ਹਿਰ ਨੇ ਪ੍ਰਸ਼ਾਦਾ ਛਕਿਆ। ਤੋਟ ਨਾ ਆਈ, ਗੁਰੂ ਦੀ ਦਾਤ ਸਵਾਈ ਹੀ ਰਹੀ। ਦੂਜੇ ਦਿਨ ਜਦ ਪੁੱਠੀਆਂ ਕੀਤੀਆਂ ਹੋਈਆਂ ਬਾਲਟੀਆਂ ਚੁੱਕੀਆਂ ਤਦ ਸਾਰੇ ਭਾਂਡਿਆਂ ਵਿੱਚੋਂ ਥੋੜ੍ਹਾ ਪ੍ਰਸ਼ਾਦ ਬਾਕੀ ਨਿਕਲਿਆ। ਸੰਤ ਜੀ ਮਹਾਰਾਜ ਦੀ ਇਹ ਜ਼ਾਹਰਾ ਕਲਾ ਦਾਸ ਨੇ ਆਪਣੀਆਂ ਅੱਖੀਆਂ ਨਾਲ ਦੇਖੀ। ਬੰਨੂ ਤੋਂ ਡੇਰਾ ਇਸਮਾਈਲ ਖਾਂ ਗਏ ਅਤੇ 40 ਕੁ ਦਿਨ ਰਹੇ। ਇੱਥੇ ਦੇ ਖਾਸ ਕੌਤਕ ਵਰਤੇ। ਪਲਟਨ ਨੰਬਰ 45 ਦੇ ਸੂਬੇਦਾਰ ਮੇਜਰ ਜਵਾਲਾ ਸਿੰਘ ਨੇ ਆਪਣੀ ਪਲਟਨ ਨੂੰ ਹੁਕਮ ਦਿੱਤਾ ਕਿ ਸੰਤ ਜੀ ਮਹਾਰਾਜ ਜੀ ਦੇ ਦੀਵਾਨ ਵਿੱਚ ਕੋਈ ਨਾ ਜਾਵੇ। 8 ਦਿਨ ਦੇ ਅੰਦਰ ਅੰਦਰ ਸੂਬੇਦਾਰ ਸਾਹਿਬ ਪਾਸੋਂ ਕੋਈ ਅਜਿਹਾ ਕਸੂਰ ਹੋ ਗਿਆ ਕਿ 12 ਪੱਥਰਾਂ ਤੋਂ ਬਾਹਰ ਕੱਢਿਆ ਗਿਆ। ਇੱਕ ਦਿਨ ਦਰਿਆ ਸਿੰਧ ਦੇ ਕਿਨਾਰੇ ਦੀਵਾਨ ਲੱਗਾ। ਸਾਰੀਆਂ ਫੌਜਾਂ ਦੇ ਸਿੱਖ ਅਤੇ ਸ਼ਹਿਰ ਦੇ ਪ੍ਰੇਮੀ ਵਹੀਰਾਂ ਪਾ ਕੇ ਆਏ। 2-2 ਮੀਲ ਤੀਕ ਸੰਗਤਾਂ ਹੀ ਸੰਗਤਾਂ ਨਜ਼ਰ ਆਉਂਦੀਆਂ ਸਨ। ਦੀਵਾਨ ਦੇ ਭੋਗ ਮਗਰੋਂ ਸੰਤ ਜੀ ਇੱਕ ਦਿਨ ਛੋਟੀ ਜਿਹੀ ਬੇੜੀ ਵਿੱਚ, ਜਿਸ ਨੂੰ ਇੱਧਰ ਪਤੀਲਾ ਆਖਦੇ ਹਨ, ਸਵਾਰ ਹੋਏ। 12 ਸਰੀਰ ਨਾਲ ਸਨ। ਜਦ ਪਤੀਲਾ ਦਰਿਆ ਦੀ ਐਨ ਮਝਧਾਰ ਵਿੱਚ ਅੱਪੜਿਆ ਤਾਂ ਅਚਾਨਕ ਇੱਕ ਬੜਾ ਭਾਰੀ ਤੂਫਾਨ ਉੱਠਿਆ ਤੇ ਕਿਸ਼ਤੀ ਵਿੱਚ ਪਾਣੀ ਪੈਣ ਲੱਗ ਪਿਆ। ਸਵਾਰੀਆਂ ਬੜੀਆਂ ਘਬਰਾ ਗਈਆਂ ਅਤੇ ਮਲਾਹਾਂ ਦੇ ਹੌਸਲੇ ਟੁੱਟ ਗਏ। ਸੰਤ ਜੀ ਮਹਾਰਾਜ ਅਡੋਲ ਸਮਾਧੀ ਸਥਿਤ ਬੈਠੇ ਰਹੇ, ਬਿਲਕੁਲ ਨਹੀਂ ਹਿੱਲੇ। ਕਰਤਾਰ ਦੀ ਨੇਤ ਪਤੀਲਾ ਸੁੱਖੀ ਸੰਦ ਕੰਢੇ ਆ ਲੱਗਾ। ਕਿਨਾਰੇ ਤੇ ਪਹੁੰਚਣ ਦੀ ਦੇਰ ਹੀ ਸੀ ਕਿ ਸਾਰੇ ਮਲਾਹ ਸੰਤ ਜੀ ਦੇ ਚਰਨਾਂ ਤੇ ਢਹਿ ਪਏ ਅਤੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਤੂੰ ਕਾਮਲ ਫਕੀਰ ਹੈ, ਤੇਰੇ ਪੈਰਾਂ ਦੀ ਖੈਰਤ ਬੇੜੀ ਪਾਰ ਲੰਘ ਆਈ ਹੈ। ਇਹ ਸੁਣ ਕੇ ਸੰਤ ਜੀ ਮੁਸਕਰਾਏ ਤੇ ਆਖਿਆ, ਸਭ ਕੁਝ ਅੱਲਾ ਦੇ ਵੱਸ ਹੈ। ਮਲਾਹ ਬੋਲੇ, ਰੱਬ ਦੇ ਤੇ ਫਕੀਰ ਵਿੱਚ ਭੇਦ ਨਹੀਂ। ਡੇਰਾ ਇਸਮਾਈਲ ਖਾਂ ਵਿਖੇ ਬਾਬਾ ਹਜ਼ਾਰਾ ਸਿੰਘ ਜੀ ਨੇ ਸੰਤ ਜੀ ਮਹਾਰਾਜ ਦਾ ਦਰਸ਼ਨ ਕੀਤਾ ਅਤੇ ਸੰਤ ਜੀ ਨੇ ਇਹਨਾਂ ਨੂੰ ਨਾਮ ਜਪਣ ਦੀ ਜੁਗਤ ਦੱਸੀ। ਇਸ ਸ਼ਹਿਰ ਦੇ ਲੋਕ ਸੰਤ ਜੀ ਪਾਸੋਂ ਪੁੱਤਰ ਬਹੁਤ ਮੰਗਦੇ, ਪਰ ਸੰਤ ਜੀ ਮਹਾਰਾਜ ਸਭ ਨੂੰ ਭਜਨ ਕਰਨ ਦਾ ਹੁਕਮ ਦਿੰਦੇ। ਦਰਿਆ ਖਾਨ ਤੋਂ, ਜੋ ਕਿ ਦਰਿਆ ਦੇ ਪਾਰ ਡੇਰੇ 13 ਮੀਲ ਦੇ ਫਾਸਲੇ ਤੇ ਹੈ, ਸੰਤ ਜੀ ਮਹਾਰਾਜ ਨੇ ਜਥੇ ਸਮੇਤ ਮੁਲਤਾਨ ਦੇ ਟਿਕਟ ਲਏ। ਰਸਤੇ ਵਿੱਚ ਇੱਕ ਸਟੇਸ਼ਨ ਤੇ ਸੰਤ ਜੀ ਮਹਾਰਾਜ ਨੇ ਇਸ਼ਨਾਨ ਕਰਨ ਲਈ ਆਪਣਾ ਕਸ਼ਹਿਰਾ ਪਰਨਾ ਮੰਗਾਇਆ। ਇੱਥੇ ਗੱਡੀ ਸਿਰਫ 8 ਮਿੰਟ ਠਹਿਰਦੀ ਸੀ, ਪਰ ਇੰਜਣ ਵਿੱਚ ਕੋਈ ਖਰਾਬੀ ਹੋ ਗਈ। ਗੱਡੀ 1.5 ਘੰਟਾ ਖੜੀ ਰਹੀ। ਸਾਰੀ ਸੰਗਤ ਨੇ ਖੂਬ ਪ੍ਰੇਮ ਨਾਲ ਇਸ਼ਨਾਨ ਕੀਤਾ। ਜਦ ਮੁਲਤਾਨ ਛਾਉਣੀ ਅੱਪੜੇ ਤਦ ਸੰਤ ਜੀ ਮਹਾਰਾਜ ਗੱਡੀ ਤੋਂ ਉੱਤਰ ਖਲੋਤੇ ਤੇ ਆਪਣੇ ਸੇਵਕ ਭਾਈ ਮੱਲਾ ਸਿੰਘ ਜੀ ਪਾਸ ਠਹਿਰੇ। ਮੁਲਤਾਨ ਤੋਂ ਸੰਤ ਜੀ ਮਹਾਰਾਜ ਨੌਸ਼ਹਿਰੇ ਆਏ। ਸੰਤ ਜੀ 1.25 ਮਹੀਨਾ ਨੌਸ਼ਹਿਰੇ ਰਹੇ। ਫੌਜੀ ਸਿੰਘਾਂ ਅਤੇ ਸ਼ਹਿਰ ਦੀ ਸੰਗਤ ਨੇ ਗੁਰਸਾਗਰ ਸਾਹਿਬ ਮਸਤੂਆਣੇ ਦੀ ਸੇਵਾ ਲਈ ਦਿਲ ਖੋਲ੍ਹ ਕੇ ਗੱਫੇ ਦਿੱਤੇ। ਇਹਨਾਂ ਦਿਨਾਂ ਵਿੱਚ ਸਰਦਾਰ ਕਾਕਾ ਸਿੰਘ ਸੂਬੇਦਾਰ ਦੇ ਪੁੱਤਰ ਨੇ ਕੋਈ ਖਰਾਬੀ ਕੀਤੀ। ਇਸ ਨੂੰ ਕੋਟ ਗਾਰਦ ਦਾ ਹੁਕਮ ਲੱਗਿਆ ਤੇ ਕਾਕਾ ਸਿੰਘ ਜੀ ਦੀ ਕਿਰਚ ਅਫਸਰੀ ਤਲਵਾਰ ਖੁੱਸ ਗਈ। ਸੂਬੇਦਾਰ ਬੜਾ ਨਿਮਾਣਾ ਹੋ ਕੇ ਸੰਤ ਜੀ ਮਹਾਰਾਜ ਪਾਸ ਆਇਆ ਤੇ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ, ਮੇਰੀ ਕਿਰਚ ਮਿਲ ਜਾਵੇ। ਸੂਬੇਦਾਰ ਦੀ ਬੇਨਤੀ ਸੁਣ ਕੇ ਸੰਤ ਜੀ ਮਹਾਰਾਜ ਹੱਸ ਕੇ ਬੋਲੇ ਕਿ ਸਤਿਗੁਰੂ ਭਲੀ ਕਰਨਗੇ। ਦੂਜੇ ਦਿਨ ਹੀ ਕਾਕਾ ਸਿੰਘ ਨੂੰ ਕਿਰਚ ਮਿਲ ਗਈ। ਹੁਣ ਨੌਸ਼ਹਿਰੇ ਤੋਂ ਸੰਤ ਜੀ ਮਹਾਰਾਜ ਦਾ ਚੇਤੂ ਪ੍ਰਾਰੰਭ ਹੋ ਗਿਆ। ਤੁਰਨ ਦੀ ਤਿਆਰੀ ਕਰ ਲਈ। ਕਰਨਲ ਗੈਸਲੀ ਦੇ ਕਹਿਣ ਤੇ ਜਨਰਲ ਨੇ ਫੌਜਾਂ ਵਿੱਚ ਖਾਸ ਛੁੱਟੀ ਕਰ ਦਿੱਤੀ ਅਤੇ ਸਾਰੀਆਂ ਪਲਟਨਾਂ ਸੰਤ ਜੀ ਮਹਾਰਾਜ ਨੂੰ ਵਿਦਾ ਕਰਨ ਲਈ ਆਈਆਂ। ਪੇਸ਼ਾਵਰ ਤੋਂ ਸੰਤ ਜੀ ਹਰੀਪੁਰ ਆਏ। ਉਸ ਵੇਲੇ ਪੰਡਤ ਕਾਲਾ ਸਿੰਘ ਜੀ ਅਤੇ ਸਵਾਮੀ
ਕੇਸੋ ਦਾਸ ਦੀ ਮੰਡਲੀ ਇੱਥੇ ਆਈ ਹੋਈ ਸੀ। ਸਤਸੰਗ ਦਾ ਬਹੁਤ ਰੰਗ ਚੜ੍ਹਿਆ। ਬਾਬਾ ਅਜੀਤ ਸਿੰਘ ਅਤੇ ਸੈਂਕੜੇ ਮਾਈ ਭਾਈ ਨੇ ਅੰਮ੍ਰਿਤ ਛਕਿਆ। ਇਸ ਤੋਂ ਅੱਗੇ ਦਾ ਭਾਗ ਆਪਾਂ ਅਗਲੇ ਵੀਡੀਓ ਦੇ ਵਿੱਚ ਸੁਣਾਂਗੇ। ਤਦ ਤੱਕ ਲਈ ਧੰਨਵਾਦ।